Hello, everyone. Hope you're all doing okay. Yes, so we are alive. ਹਾਂਜੀ ਜਿਵੇਂ ਕਿ ਪਾਪਾ ਨੂੰ ਪਤਾ ਕਿ ਪਿਛਲੇ ਹਫਤੇ ਬਹੁਤ ਸਾਰੀਆਂ ਚੀਜ਼ਾਂ ਆਈਆਂ, ਬਹੁਤ ਸਾਰੀਆਂ ਚੀਜ਼ਾਂ ਨਿਊਜ਼ ਦੇ ਵਿੱਚ ਆਈਆਂ ਜਿੱਥੇ ਕਿ ਸਾਨੂੰ ਲੱਗਦਾ ਸੀ ਕਿ ਜਿਹੜੇ ਲੋਕਾਂ 'ਚ ਸਫਲਤਾ ਬਹੁਤ ਆ, ਜਿਹੜੇ ਲੋਕ ਬਹੁਤ ਮਸ਼ਹੂਰ ਆ, ਜਿਨ੍ਹਾਂ ਲੋਕਾਂ ਕੋਲੇ ਬਹੁਤ ਪੈਸਾ ਵਾ, ਜਿਨ੍ਹਾਂ ਲੋਕਾਂ ਕੋਲੇ ਬਹੁਤ ਬਾਹਰਲੀ ਫੇਮ ਆ, ਉਹ ਲੋਕ ਕਿਵੇਂ ਉਦਾਸ ਹੋ ਸਕਦੇ ਨੇ। ਐਂਡ ਉਹਨਾਂ ਦੀਆਂ ਵੀ ਸਡਨਲੀ ਨਿਊਜ਼ਸ ਆਉਣ ਲੱਗ ਗਈਆਂ। ਐਂਡ ਕਾਫੀ ਮੈਂ ਇਹਨਾਂ ਡਿਸਕਸ਼ਨਸ ਦਾ ਹਿੱਸਾ ਵੀ ਰਹੀ ਹਾਂ ਲਾਸਟ ਵੀਕ in general, and ਲੋਕ ਬੜੇ ਕਨਫਿਊਜ਼ਡ ਲੱਗੇ ਹਨ ਬਿਕਾਜ਼ ਅਸੀਂ ਉਹ ਚੀਜ਼ਾਂ ਕਦੇ ਸੋਚ ਨਹੀਂ ਸਕਦੇ ਕਿ ਜਿਹੜੇ ਲੋਕ ਜਿਨ੍ਹਾਂ ਲੋਕਾਂ 'ਚ ਇੰਨੀ ਸਫਲਤਾ ਵਾ, ਜਿਨ੍ਹਾਂ ਲੋਕਾਂ ਕੋਲ ਇੰਨਾ ਪੈਸਾ ਵਾ, ਜਿਨ੍ਹਾਂ ਲੋਕਾਂ ਕੋਲ ਇੰਨੀ ਸ਼ੋਹਰਤ ਆ, ਉਹ ਲੋਕ ਵੀ ਉਦਾਸ ਮਹਿਸੂਸ ਕਰ ਸਕਣ, ਉਹ ਲੋਕ ਵੀ ਆਪਦੀ ਜ਼ਿੰਦਗੀ ਤੋਂ ਤਣਾਅ ਮਹਿਸੂਸ ਕਰ ਸਕਣ। ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ। ਐਂਡ ਸੋ ਮੈਂ ਬਹੁਤ ਚਿਰ ਤੋਂ ਇਹ ਸੈਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜਿਵੇਂ ਕਿ ਮੇਰਾ ਸਕੈਜੂਲ ਥੋੜ੍ਹਾ ਟਾਈਟ ਸੀ, ਸੋ ਅੱਜ ਮੈਂ ਸੋਚਿਆ ਕਿ ਜਸਟ ਇਨ ਬਿਟਵੀਨ ਸੈਸ਼ਨਸ ਮੈਂ ਇਹ ਸੌਰਟ ਆਫ ਵੀਡੀਓ ਬਣਾ ਸਕਾਂ ਇਸ ਟੌਪਿਕ 'ਤੇ। ਜੀ ਹਾਂ, ਸਾਡੀਆਂ ਮਾਨਸਿਕ ਜ਼ਰੂਰਤਾਂ ਦਾ ਸਾਡੀ ਸਰੀਰਕ ਜ਼ਰੂਰਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਗਾ। ਐਂਡ ਇਸੇ ਕਰਕੇ ਪਰ ਜਿਹੜੀ ਸਾਨੂੰ ਟ੍ਰੇਨਿੰਗ ਮਿਲਦੀ ਆ, ਅਸੀਂ ਆਪਦੇ ਸਰੀਰਕ ਜ਼ਰੂਰਤਾਂ ਨਾਲ ਆਪਦੀ ਮਾਨਸਿਕ ਜ਼ਰੂਰਤ ਨਹੀਂ ਪੂਰੀ ਕਰ ਸਕਦੇ ਕਿ ਜਿਹੜੀਆਂ ਸਾਨੂੰ ਸਰੀਰਕ ਜ਼ਰੂਰਤਾਂ ਉਹ ਸਾਡੀਆਂ ਮਾਨਸਿਕ ਜ਼ਰੂਰਤਾਂ ਤੋਂ ਬਹੁਤ ਅੱਡ ਨੇ। ਸੋ ਫੋਰ ਐਗਜ਼ਾਮਪਲ ਐਂਡ ਰਿਸਰਚ ਕਰ ਰਿਹਾ, ਰਿਸਰਚ ਰਹੀ ਇਹ ਪ੍ਰੂਵ ਹੋ ਰਿਹਾ ਵਾ ਕਿ ਸਾਡੀਆਂ ਕੰਟਰੀਆਂ ਦੇ ਵਿੱਚ ਜਿਹੜੀ ਕਿ ਕੈਨੇਡਾ, US ਇਹ ਵਾਲੀਆਂ ਕੰਟਰੀਆਂ ਦੇ ਵਿੱਚ ਲੋਕੀ ਸਭ ਤੋਂ ਵੱਧ ਨੀਂਦ ਦੀਆਂ ਗੋਲੀਆਂ ਖਾਂਦੇ ਆ। ਲੋਕਾਂ ਨੂੰ ਨੀਂਦ ਗੋਲੀ ਖਾ ਕੇ ਆਉਂਦੀ ਆ ਦੂਸਰੇ ਕੰਟਰੀਆਂ ਦੇ ਕੰਪੇਅਰਟਿਵ। ਸੋ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਇਹਨਾਂ ਕੰਟਰੀਆਂ ਦੇ ਵਿੱਚ ਮਾਨਸਿਕ ਪ੍ਰੋਬਲਮਾਂ ਐਂਡ ਜਿਹੜੀਆਂ ਮਾਨਸਿਕ ਬਿਮਾਰੀਆਂ ਉਹ ਕਿੰਨੀਆਂ। ਸੋ ਪਹਿਲਾਂ ਤਾਂ ਇਸ ਚੀਜ਼ ਤੋਂ, ਇਸ ਮਿੱਥ ਤੋਂ ਦੂਰ ਹੋਵੋ ਕਿ ਇੱਕ ਮਾਨਸਿਕ ਬਿਮਾਰੀ ਮਾਨਸਿਕ ਬਿਮਾਰੀ ਨੂੰ ਅਸੀਂ ਇੱਕ ਬਾਕਸ 'ਚ ਪਾ ਸਕਦੇ ਹਾਂ, ਕਹਿ ਸਕਦੇ ਇਹੋ ਜਿਹੇ ਇਨਸਾਨ ਨੂੰ ਮਾਨਸਿਕ ਬਿਮਾਰੀ। ਮੈਂ ਪਿਛਲੇ ਸੈਸ਼ਨਾਂ ਦੇ ਵਿੱਚ ਵੀ ਕਈ ਵਾਰ ਗੱਲ ਕਰਦੀ ਹੁੰਦੀ ਹਾਂ ਕਿ ਫੋਰ ਐਗਜ਼ਾਮਪਲ ਜੇ ਕਿਸੇ ਨੂੰ ਕੈਂਸਰ ਹੋ ਜਾਂਦਾ, ਅਸੀਂ ਕਹਿੰਦੇ ਹਾਂ ਕਿ ਇਹਨੂੰ ਕੈਂਸਰ ਕਿਉਂ, ਇਹਦੇ ਕੋਲ ਤਾਂ ਕਿੰਨੀ ਵਧੀਆ ਜੋਬ ਆ, ਇਹਦੇ ਕੋਲ ਤਾਂ ਕਿੰਨਾ ਵਧੀਆ ਘਰ ਆ, ਇਹਦੇ ਕੋਲ ਤਾਂ ਕਿੰਨਾ ਵਧੀਆ ਹਸਬੈਂਡ ਆ, ਇਹਦੇ ਕੋਲ ਤਾਂ ਕਿੰਨਾ ਵਧੀਆ ਬੱਚੇ ਆ, ਇਹਦੇ ਕੋਲ ਤਾਂ ਕਿੰਨੇ ਵਧੀਆ ਇਹਦਾ ਬਿਜ਼ਨਸ ਆ, ਇਹਨੂੰ ਕੈਂਸਰ ਕਿਵੇਂ ਹੋ ਗਿਆ। ਫਿਰ ਜਦੋਂ ਮਾਨਸਿਕ ਬਿਮਾਰੀ ਆਉਂਦੀ ਆ ਫਿਰ ਹੀ ਉਦੋਂ ਕੁਐਸਚਨ ਅਸੀਂ ਰੇਜ਼ ਕਰਦੇ ਹਾਂ ਵੀ ਇਹ ਮਾਨਸਿਕ ਬਿਮਾਰੀ ਕਿਉਂਕਿ ਅਸੀਂ ਕੁਐਸਚਨ ਕਰਦੇ ਹਾਂ ਕਿ ਮਾਨਸਿਕ ਬਿਮਾਰੀ ਕਿਉਂ। ਸੋ ਇਹ ਬੜਾ ਜ਼ਰੂਰੀ ਆ ਕਿ ਇੱਕ ਮਾਨਸਿਕ ਬਿਮਾਰੀ ਨੂੰ ਇੱਕ ਕਲਚਰ, ਇੱਕ ਸੁਸਾਇਟੀ ਅਸੀਂ ਇਸ ਤਰੀਕੇ ਨਾਲ ਨਾ ਜੋੜੀਏ ਕਿ ਜੇ ਬਾਹਰਲੀ ਦਿਸ਼ਾ ਸਾਨੂੰ ਚੰਗੀ ਲੱਗਦੀ ਐਜ਼ ਅ ਕਲਚਰ ਦੇਖਣ ਨੂੰ, ਤੇ ਅਸੀਂ ਕਿਸੇ ਦੀ ਮਾਨਸਿਕ ਦਿਸ਼ਾ ਨੂੰ ਵੀ ਜੱਜ ਕਰ ਸਕਦੇ ਹਾਂ। ਜੀ ਨਹੀਂ, ਅਸੀਂ ਕਿਸੇ ਦੀ ਮਾਨਸਿਕ ਦਿਸ਼ਾ ਨੂੰ ਜੱਜ ਨਹੀਂ ਕਰ ਸਕਦੇ। ਐਂਡ ਮੋਸਟ ਆਫ ਦਾ ਟਾਈਮ ਜਦੋਂ ਮੈਂ ਸ਼ੋਅ ਵੀ ਕਰਦੀਆਂ ਨੇ, ਮੈਨੂੰ ਕਈ ਵਾਰ ਪੁੱਛਦੇ ਆ ਹੋਸਟ ਕਿ ਡਿਪਰੈਸ਼ਨ ਦੇ ਕੀ ਸਿੰਪਟਮਸ ਆ। ਅਸੀਂ ਕਿਸੇ ਦੀ ਮਾਨਸਿਕ ਸਥਿਤੀ ਨੂੰ ਜੱਜ ਕਰਕੇ ਇੱਕ ਬਾਕਸ ਦੇ ਵਿੱਚ ਨਹੀਂ ਪਾ ਸਕਦੇ। ਸੋ ਇਹ ਬੜਾ ਜ਼ਰੂਰੀ ਹੈ ਕਿ ਐਜ਼ ਅ ਕਲਚਰ, ਐਜ਼ ਅ ਸੁਸਾਇਟੀ ਅਸੀਂ ਓਪਨ ਹੋਈਏ। ਅਸੀਂ ਜਿਵੇਂ ਜਦੋਂ ਕਿਸੇ ਨੂੰ ਕੈਂਸਰ ਹੁੰਦਾ, ਕਿਸੇ ਨੂੰ ਡਾਇਬਟੀਜ਼ ਹੁੰਦੀ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ, ਅਸੀਂ ਕਿਉਂ ਨਹੀਂ ਪੁੱਛਦੇ ਤੈਨੂੰ ਕਿਉਂ ਹੋ ਗਿਆ, ਤੈਨੂੰ ਤੂੰ ਤਾਂ ਆਪਦੇ ਸਰੀਰ ਦੀ ਐਕਸਰਸਾਈਜ਼ ਕਰਦਾ ਸੀ, ਤੂੰ ਤਾਂ ਕਸਰਤ ਕਰਦਾ ਸੀਗਾ, ਤੇਰਾ ਤਾਂ ਘਰ ਦੇ ਵੀ ਸਾਰੇ ਖਿਆਲ ਰੱਖਦੇ ਹੁੰਦੇ ਸੀ, ਤੈਨੂੰ ਇਹ ਚੀਜ਼ਾਂ ਬਿਮਾਰੀ ਕਿਵੇਂ ਹੋ ਗਈ। ਪਰ ਅਸੀਂ ਜਦੋਂ ਕਿਸੇ ਨੂੰ ਮਾਨਸਿਕ ਬਿਮਾਰੀ ਹੁੰਦੀ ਹੈ, ਜਦੋਂ ਅਸੀਂ ਸਾਡੇ ਬੱਚੇ ਨੂੰ ਇੱਕ ਮਾਨਸਿਕ ਬਿਮਾਰੀ ਹੁੰਦੀ ਆ, ਅਸੀਂ ਪੁੱਛਦੇ ਆ ਤੈਨੂੰ ਮਾਨਸਿਕ ਬਿਮਾਰੀ ਕਿਵੇਂ ਹੋ ਗਈ। ਤੈਨੂੰ ਤਾਂ ਮੈਂ ਘਰ ਵੀ ਪ੍ਰੋਵਾਈਡ ਕਰ ਰਿਹਾ, ਤੈਨੂੰ ਤਾਂ ਮੈਂ ਨਵੀਂ ਕਾਰ ਵੀ ਲੈ ਕੇ ਦਿੱਤੀ, ਤੈਨੂੰ ਤਾਂ ਮੈਂ ਵਧੀਆ ਸਕੂਲ ਦੇ ਵਿੱਚ ਵੀ ਪਾਇਆ, ਤੈਨੂੰ ਮੈਂ ਹਰ ਚੀਜ਼ ਦਿੱਤੀ ਜਿਹੜੀ ਕਿ ਮੈਨੂੰ ਲੱਗਦਾ ਕਿ ਤੈਨੂੰ ਪ੍ਰੋਬਲਮ ਨਹੀਂ ਸੀ ਆਉਣੀ ਚਾਹੀਦੀ। ਕਿਤੇ ਨਾ ਕਿਤੇ ਜਿਹੜੇ ਕਲਚਰ ਦੇ ਵਿੱਚ ਅਸੀਂ ਰੇਜ਼ ਹੁੰਦੇ ਹਾਂ, ਸਾਨੂੰ ਇਹ ਸਿਖਾਇਆ ਜਾਂਦਾ ਕਿ ਜੇ ਤੇਰੀਆਂ ਬਾਹਰਲੀਆਂ ਚੀਜ਼ਾਂ ਪੂਰੀਆਂ ਹੋਈਆਂ, ਜੇ ਤੇਰੀ ਜ਼ਿੰਦਗੀ ਦੀ ਬਾਹਰਲੀ ਦਿਸ਼ਾ ਠੀਕ ਹੋਈ, ਮਨ ਦੇ ਤਲ 'ਤੇ ਤੈਨੂੰ ਪ੍ਰੋਬਲਮ ਨਹੀਂ ਆ ਸਕਦੀ। ਐਂਡ ਇੱਥੇ ਹੀ ਅਸੀਂ ਜਿਹੜਾ ਇੱਕ ਡਿਸਟਰਕਟਿਵ, ਇੱਥੇ ਹੀ ਅਸੀਂ ਇੱਕ ਪੋਲੂਟ ਕਰਦੇ ਹਾਂ, ਇੱਥੇ ਹੀ ਇੱਕ ਮਾਨਸਿਕ ਨੂੰ ਪੋਲੂਸ਼ਨ ਦੇ ਵਿੱਚ ਪਾਉਂਦੇ ਹਾਂ। ਜਦੋਂ ਅਸੀਂ ਕਿਸੇ ਬੱਚੇ ਨੂੰ ਇਹ ਸਿੱਖਿਆ ਨਾਲ ਵੱਡਾ ਕਰਦੇ ਹਾਂ ਕਿ ਜੇ ਤੇਰੀ ਬਾਹਰਲੀ ਦਿਸ਼ਾ ਸਹੀ ਹੋਊਗੀ, ਜੇ ਤੂੰ ਹਰ ਚੀਜ਼ ਬਾਹਰੋਂ ਠੀਕ ਰੱਖੀ, ਇਹਦਾ ਮਤਲਬ ਤੇਰੇ ਮਨ ਦਾ ਤਣਾਅ ਨਹੀਂ ਪੈਦਾ ਹੋ ਸਕਦਾ। ਐਂਡ ਹੁੰਦਾ ਕਿ ਜਦੋਂ ਅਸੀਂ ਹਰ ਕੋਸ਼ਿਸ਼ ਆਪਦੀ ਲਾ ਦਿੰਦੇ ਹਾਂ ਬਾਹਰਲੀ ਦਿਸ਼ਾ ਨੂੰ ਠੀਕ ਕਰਨ 'ਤੇ, ਐਂਡ ਇਸੇ ਕਰਕੇ ਤਾਂ ਅਸੀਂ ਆਪਦੀ ਮਾਨਸਿਕ ਦਿਸ਼ਾ ਨਹੀਂ ਲੋਕਾਂ ਨੂੰ ਦੱਸ ਪਾਉਂਦੇ, ਕਿਉਂਕਿ ਸਾਨੂੰ ਲੱਗਦਾ ਕਿ ਬਾਹਰਲੀ ਦਿਸ਼ਾ ਮੇਰੀ ਠੀਕ ਹੈ, ਮੈਨੂੰ ਮਾਨਸਿਕ ਤੌਰ 'ਤੇ ਵੀ ਠੀਕ ਹੋਣਾ ਚਾਹੀਦਾ। ਐਂਡ ਜੇ ਸਾਡੀ ਇਮੈਜਿਨ ਕਰੋ,
ਜੇ ਫੋਰ ਐਗਜ਼ਾਮਪਲ ਤੁਹਾਨੂੰ ਕੈਂਸਰ ਵਰਗੀ ਜਾਂ ਡਾਇਬਟੀਜ਼ ਵਰਗੀ ਤੁਹਾਨੂੰ ਬਿਮਾਰੀ ਆ ਐਂਡ ਤੁਸੀਂ ਇਲਾਜ ਨਾ ਕਰਾਉਣ ਜਾਵੋ ਐਂਡ ਤੁਸੀਂ ਕਹੋ ਮੈਨੂੰ ਨਹੀਂ ਬਿਮਾਰੀ ਹੋ ਸਕਦੀ, ਮੈਨੂੰ ਇੱਦਾਂ ਕਿੱਦਾਂ ਬਿਮਾਰੀ ਹੋ ਸਕਦੀ, ਮੈਂ ਤਾਂ ਵਧੀਆ ਘਰ ਦਾ, ਮੈਂ ਤਾਂ ਚੰਗਾ ਪਾਣੀ ਪੀ ਰਿਹਾ ਵਾਂ, ਮੈਂ ਚੰਗੀ ਭੋਜਨ ਖਾ ਰਿਹਾ ਵਾਂ, ਮੈਂ ਐਕਸਰਸਾਈਜ਼ ਕਰ ਰਿਹਾ, ਮੈਨੂੰ ਨਹੀਂ, ਮੈਂ ਇਹਦਾ ਇਲਾਜ ਨਹੀਂ ਕਰਵਾਉਣ ਜਾਣਾ। ਇਮੈਜਿਨ ਕਰੋ ਕਿ ਕਿੱਡਾ ਵੱਡਾ ਤੁਹਾਡੇ ਸਰੀਰ ਨੂੰ ਅਨਹੈਲਥੀ ਚੀਜ਼ ਹੈ, ਕਿੱਡਾ ਵੱਡਾ ਤੁਹਾਡਾ ਸਰੀਰ ਇਸ ਚੀਜ਼ ਦੀ ਪ੍ਰੋਬਲਮ ਕਿੱਡਾ ਵੱਡਾ ਤੁਹਾਡੇ ਸਰੀਰ ਇਸ ਪ੍ਰੋਬਲਮ ਦੇ ਵਿੱਚੋਂ ਗੁਜ਼ਰ ਸਕਦਾ ਜਦੋਂ ਤੁਸੀਂ ਇਲਾਜ ਨਹੀਂ ਕਰਾਉਂਦੇ। ਪਰ ਜਦੋਂ ਸਾਡੀ ਮਾਨਸਿਕ ਪ੍ਰੋਬਲਮ ਹੁੰਦੀ ਆ, ਅਸੀਂ ਮਦਦ ਲੈਣ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਸਾਨੂੰ ਪਤਾ ਇੱਕ ਸਮਾਜ, ਇੱਕ ਸੁਸਾਇਟੀ ਸਾਨੂੰ ਐਕਸੈਪਟ ਨਹੀਂ ਕਰੂਗੀ। ਐਂਡ ਜੇ ਅਸੀਂ ਬਾਹਰ ਕਿਸੇ ਨੂੰ ਦੱਸ ਵੀ ਦਿੱਤਾ ਨਾ ਕਿ ਮੈਨੂੰ ਮਾਨਸਿਕ ਪ੍ਰੋਬਲਮ ਆ, ਤੇ ਕੋਈ ਮੰਨੂਗਾ ਵੀ ਨਹੀਂ। ਇਵੇਂ ਕਹਿਣਾ ਜਿਵੇਂ ਮੈਨੂੰ ਕੈਂਸਰ ਹੋਵੇ ਜਾਂ ਮੈਨੂੰ ਇੱਕ ਡਾਇਬਟੀਜ਼ ਦੀ ਪ੍ਰੋਬਲਮ ਹੋਵੇ ਤੇ ਮੈਂ ਕਹੀ ਜਾਵਾਂ ਤੇ ਲੋਕ ਕਹਿਣ ਨਹੀਂ ਤੈਨੂੰ ਤਾਂ ਨਹੀਂ ਪ੍ਰੋਬਲਮ, ਤੈਨੂੰ ਤਾਂ ਨਹੀਂ ਇੱਦਾਂ ਹੈਗੀ, ਤੁਹਾਨੂੰ ਲੱਗਦਾ ਕਿ ਮੈਂ ਇਲਾਜ ਕਰਨ ਲਈ ਆਪਦੇ ਲਈ ਲੈਣ ਲਈ ਜਾਊਂਗੀ, ਨਹੀਂ ਜਾਊਂਗੀ। ਇਹ ਬੜਾ ਜ਼ਰੂਰੀ ਐਜ਼ ਅ ਕਮਿਊਨਿਟੀ, ਐਜ਼ ਅ ਕਲਚਰ, ਐਜ਼ ਅ ਸੁਸਾਇਟੀ ਅਸੀਂ ਇੱਕ ਸਰੀਰਕ, ਅਸੀਂ ਬਾਹਰਲੀ ਦਿਸ਼ਾ ਨੂੰ ਪਾਸੇ ਰੱਖ ਕੇ ਇੱਕ ਮਾਨਸਿਕ ਦਿਸ਼ਾ ਨੂੰ ਜਾਇਜ਼ ਮੰਨੀਏ। ਹਰ ਚੀਜ਼ ਦੇ ਹੁੰਦਿਆਂ ਵੀ ਸਾਨੂੰ ਇਹ ਬਿਮਾਰੀਆਂ ਹੋ ਸਕਦੀਆਂ, ਵਧੀਆ ਕਾਰ ਹੁੰਦਿਆਂ ਵੀ ਸਾਨੂੰ ਬਿਮਾਰੀਆਂ ਹੋ ਸਕਦੀਆਂ, ਬਿਕਾਜ਼ ਕਿਤੇ ਨਾ ਕਿਤੇ ਅਸੀਂ ਆਪਦੇ ਕਲਚਰ ਦੇ ਵਿੱਚ ਆਪਦੀਆਂ ਸਰੀਰਕ ਜੋ ਐਂਡ ਜਿਹੜੀ ਐਜੂਕੇਸ਼ਨ, ਜਿਹੜੀ ਬੱਚਿਆਂ ਨੂੰ ਅਸੀਂ ਸਿੱਖਿਆ ਵੀ ਦਿੰਦੇ ਹਾਂ, ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀਆਂ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਹੋ ਰਹੀਆਂ। ਸਰੀਰਕ ਜ਼ਰੂਰਤਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਮਾਨਸਿਕ ਪ੍ਰੋਬਲਮ ਨਹੀਂ ਕੋਈ ਹੱਲ ਹੋ ਸਕਦੀ। ਐਂਡ ਕਿਉਂਕਿ ਸਾਡਾ ਸਾਰਾ ਕੋਸ਼ਿਸ਼ ਹੀ ਇਸ 'ਤੇ ਹੁੰਦੀ ਕਿ ਅਸੀਂ ਸਭ ਤੋਂ ਬਾਹਰਲੀ ਦਿਸ਼ਾ ਆਪਣੇ ਬੱਚੇ ਲਈ ਵੱਡੀਆਂ ਕਾਰਾਂ ਲੈ ਕੇ ਦੇ ਦਈਏ, ਉਹਨਾਂ ਨੂੰ ਵੱਡਾ ਘਰ ਲੈ ਕੇ ਦੇ ਦਈਏ, ਉਹਨਾਂ ਨੂੰ ਬੈਂਕ ਬੈਲੈਂਸ ਐਡਾ ਵੱਡਾ ਖੜਾ ਕਰ ਦਈਏ ਵੀ ਉਹਨਾਂ ਨੂੰ ਕੋਈ ਮਾਨਸਿਕ, ਉਹਨਾਂ ਨੂੰ ਕੋਈ ਤਣਾਅ ਨਾ ਆਵੇ। ਇਹ ਬੜਾ ਜ਼ਰੂਰੀ ਆ ਸਾਡੇ ਲਈ ਇਹ ਮਹਿਸੂਸ ਕਰਨਾ ਕਿ ਮਾਨਸਿਕ ਬਿਮਾਰੀ ਇੱਕ ਰੀਅਲ ਬਿਮਾਰੀਆਂ ਵਾ। ਜਿਵੇਂ ਇੱਕ ਸਰੀਰਕ ਬਿਮਾਰੀਆਂ ਹੁੰਦੀਆਂ, ਜਿਵੇਂ ਅਸੀਂ ਸਰੀਰਕ ਬਿਮਾਰੀਆਂ ਲਈ ਨਹੀਂ ਨਾ ਪੁੱਛਦੇਗੇ ਕਿ ਤੇਰਾ ਘਰ ਵੱਡਾ ਤੇ ਤੇਰੀ ਕਾਰ ਵੱਡੀ ਤੈਨੂੰ ਕਿਉਂ ਲੱਗੀ, ਉਵੇਂ ਮਾਨਸਿਕ ਬਿਮਾਰੀਆਂ ਨੂੰ ਵੀ ਅਸੀਂ ਇਹ ਪੁੱਛਣਾ ਬੰਦ ਕਰੀਏ ਵੀ ਇਹ ਕਿਉਂ। ਐਡਾ ਵੱਡੀ ਸਫਲਤਾ ਜਿਸ ਇਨਸਾਨ ਕੋਲੇ ਸੀ, ਇੰਨੀਆਂ ਵੱਡੀਆਂ ਮੂਵੀਆਂ ਸੀ ਜਿਸ ਇਨਸਾਨ ਕੋਲੇ 10-11 ਮਿਲੀਅਨ ਉਹਦੇ ਟਵਿੱਟਰ ਫੈਨ ਸੀ, 10-11 ਮਿਲੀਅਨ ਉਹਦੀ ਇੰਸਟਾਗ੍ਰਾਮ ਫੈਨ ਸੀ, ਉਹ ਇਨਸਾਨ ਕਿਵੇਂ ਇਕੱਲੇਪਣ 'ਚ ਜਾ ਸਕਦਾ, ਉਹ ਇਨਸਾਨ ਕਿਵੇਂ ਡਿਪਰੈਸ਼ਨ ਦੇ ਵਿੱਚ ਜਾ ਸਕਦਾ ਗਾ। ਜਦੋਂ ਅਸੀਂ ਇਹ ਕੁਐਸਚਨ ਪੁੱਛਣੇ ਲੱਗੇ, ਹਟ ਗਏ ਕਿ ਜਿਹੜੇ ਬੰਦੇ ਕੋਲ 10 ਮਿਲੀਅਨ ਫੈਨ ਆ, ਉਹਨੂੰ ਕੈਂਸਰ ਨਹੀਂ ਹੋ ਸਕਦਾ, ਉਹਨੂੰ ਡਾਇਬਟੀਜ਼ ਨਹੀਂ ਹੋ ਸਕਦੀਆਂ, ਉਹਨੂੰ ਉਹਦੀ ਲੱਤ ਨਹੀਂ ਟੁੱਟ ਸਕਦੀ, ਉਹਦਾ ਐਕਸੀਡੈਂਟ ਨਹੀਂ ਹੋ ਸਕਦਾ, ਉਹਦੀ ਬਾਂਹ ਨਹੀਂ ਟੁੱਟ ਸਕਦੀ ਗੀ। ਸੋ ਜਦੋਂ ਅਸੀਂ ਇਸ ਕਲਚਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੱਡਾ ਕਰਦੇ ਹਾਂ, ਸਾਡੇ ਬੱਚੇ ਮਜਬੂਰ ਹੋ ਜਾਂਦੇ ਇਹ ਬਿਮਾਰੀਆਂ ਨੂੰ ਆਪਦੇ ਆਪ ਤੋਂ ਲੁਕਾਉਣ ਲਈ। ਐਂਡ ਜਦੋਂ ਤੁਸੀਂ ਕਿਸੇ ਵੀ ਬਿਮਾਰੀ ਨੂੰ ਲੁਕਾਉਂਦੇ ਆ, ਉਹਦਾ ਇਲਾਜ ਲੱਭਣ ਦੀ ਬਜਾਏ, ਇਹ ਬਿਮਾਰੀ ਤੁਹਾਨੂੰ ਕਿਤੇ ਨਾ ਕਿਤੇ ਜ਼ਿੰਦਗੀ ਦੇ ਇੱਕ ਬਹੁਤ ਅਨਹੈਲਥੀ ਚੀਜ਼ਾਂ ਦੇ ਵਿੱਚ ਧੱਕ ਦਿੰਦੀ ਆ। ਐਡਿਕਸ਼ਨ ਕੀ ਹੈ? ਜਿੱਦਾਂ ਅਸੀਂ ਕੋਰਸ ਕਰਦੇ ਹਾਂ, ਆਪਦੀ ਬਿਮਾਰੀ ਨੂੰ ਲੁਕਾਉਣਾ ਵਾ। ਹੋਰ ਵੀ ਕੋਈ ਜਿਹੜੀਆਂ ਐਡਿਕਸ਼ਨ ਅਸੀਂ ਚੀਜ਼ਾਂ ਖਾਂਦੇ ਹਾਂ ਮਾਨਸਿਕ ਆਪਦੇ ਮਾਨਸਿਕ ਤਣਾਅ ਨੂੰ ਹੱਲ ਕਰਨ ਵਾਸਤੇ, ਉਹ ਇੱਕ ਲੁਕਾਉਣਾ ਵਾ। ਐਂਡ ਸਾਨੂੰ ਵੱਧ ਤੋਂ ਵੱਧ ਜ਼ਰੂਰਤ ਆ ਕਿ ਇਹ ਲੋਕ ਆਪਦੀ ਮਾਨਸਿਕ ਬਿਮਾਰੀਆਂ ਲੁਕਾਉਣ ਨਾ, ਸਮਾਂ ਬਾਹਰ ਆ ਕੇ ਖੁੱਲ੍ਹ ਕੇ ਦੱਸਣ। ਜਿਵੇਂ ਅਸੀਂ ਖੁੱਲ੍ਹ ਕੇ ਸਰੀਰਕ ਬਿਮਾਰੀਆਂ ਦੱਸਦੇ ਹਾਂ ਨਾ, ਉਵੇਂ ਖੁੱਲ੍ਹ ਕੇ ਅਸੀਂ ਮਾਨਸਿਕ ਬਿਮਾਰੀਆਂ ਵੀ ਦੱਸਣ ਲੱਗ ਜਾਈਏ। ਸੋ ਫੋਰ ਐਗਜ਼ਾਮਪਲ ਜਿਵੇਂ ਜਿਸ ਕਲਚਰ ਦੇ ਵਿੱਚ ਅਸੀਂ ਪਾਉਣੇ ਆ, ਤੁਹਾਡੇ ਕੋਲ ਇਹ ਬੜਾ ਜ਼ਰੂਰੀ ਆ ਤੁਹਾਡੀਆਂ ਸਰੀਰਕ ਲੋੜਾਂ ਪੂਰੀਆਂ ਹੋਣ। ਇਸ ਚੀਜ਼ 'ਤੇ ਮੈਂ ਗਲਤ ਨਾ ਲੈ ਲਿਓ। ਸਰੀਰਕ ਲੋੜਾਂ, ਸਰੀਰਕ ਲੋੜ ਕੀ ਆ? ਭੁੱਖ ਦੀ। ਭੁੱਖੇ ਆਪਦੇ ਆਪ ਨੂੰ ਇੱਕ ਖਾਣਾ ਦੇਣਾ। ਇੱਕ ਭੁੱਖਾ ਇਨਸਾਨ ਤੇ ਇੱਕ ਰੱਜਿਆ ਇਨਸਾਨ ਫੂਡ ਵਿੱਚੋਂ ਜ਼ਰੂਰ ਇੱਕ ਰੱਜਿਆ ਇਨਸਾਨ ਇੱਕ ਭੁੱਖੇ ਇਨਸਾਨ ਨਾਲੋਂ ਸਰੀਰਕ ਤਣਾਅ ਘੱਟ ਆ, ਫॉर श्योर। ਇਸੇ ਕਰਕੇ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਹੋ, ਕਈ ਵਾਰ ਉਹਨਾਂ ਦੀ ਤੁਸੀਂ ਸਾਈਕੋਲੋਜੀ ਪੜ੍ਹੋ, ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਕਿਉਂ ਚਲਾਇਆ ਗਿਆ? ਕਿਉਂਕਿ ਉਹਨਾਂ ਨੇ ਸਾਈਕੋਲੋਜੀਕਲ ਬੇਸਡ 'ਤੇ ਉਹਨਾਂ ਨੂੰ ਇਹ ਸਮਝ ਆਇਆ ਕਿ ਇੱਕ ਜਿਹੜਾ ਭੁੱਖਾ ਇਨਸਾਨ ਆ ਉਹ ਭਗਤੀ ਨਹੀਂ ਕਰ ਸਕਦਾ, ਇੱਕ ਭੁੱਖਾ ਇਨਸਾਨ ਪਾਠ ਨਹੀਂ ਪੜ੍ਹ ਸਕਦਾ, ਇੱਕ ਭੁੱਖਾ ਇਨਸਾਨ ਸਿਮਰਨ ਨਹੀਂ ਸੁਣ ਸਕਦਾ, ਇੱਕ ਭੁੱਖਾ ਇਨਸਾਨ ਕਥਾ ਨਹੀਂ ਸੁਣ ਸਕਦਾ। ਇਸੇ ਕਰਕੇ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਖਾਣੇ ਦੀ ਪ੍ਰਥਾ ਰੱਖੀ ਕਿ ਇੱਕ ਖਾਣਾ ਖਾ ਕੇ, ਕਿਉਂਕਿ ਸਾਡੇ ਸਰੀਰਕ ਲੋੜਾਂ ਦਾ ਬੜਾ ਜ਼ਰੂਰੀ ਆ। ਹੁਣ ਫੋਰ ਐਗਜ਼ਾਮਪਲ ਕਈ ਵਾਰ ਰਾਈਟ ਨਾਓ ਜਿਹੜੀ ਹੁਣ ਦਿਸ਼ਾ ਆਪਣੀ ਕੋਵਿਡ ਕਰਕੇ ਜਾਂਦੇ, ਭੁੱਖੇ ਇਨਸਾਨਾਂ ਨੂੰ ਅਸੀਂ ਕਾਉਂਸਲਿੰਗ ਨਹੀਂ ਕਰ ਸਕਦੇ। ਭੁੱਖੇ ਇਨਸਾਨਾਂ ਨੂੰ ਇਹ ਕਾਉਂਸਲਿੰਗ ਦੇ ਵਿੱਚ ਉਹਨਾਂ ਨੂੰ ਇੰਟਰਸਟ ਵੀ ਨਹੀਂ ਹੋਊਗਾ, ਕਿਉਂਕਿ ਉਹਨਾਂ ਦੀ ਸਭ ਤੋਂ ਲੋੜ ਇਹ ਜ਼ਿਆਦਾ ਆ ਕਿ ਉਹਨਾਂ ਦੇ ਸਰੀਰ ਨੂੰ ਖਾਣਾ ਮਿਲੇ। ਪਰ ਇੱਕ ਭੁੱਖੇ ਇਨਸਾਨ ਨਾਲੋਂ ਇੱਕ ਰੱਜਿਆ ਹੋਇਆ ਇਨਸਾਨ ਦੀ ਮਾਨਸਿਕ ਉਸ ਲੈਵਲ 'ਤੇ ਮਾਨਸਿਕ ਸਥਿਤੀ, ਉਹਦਾ ਸਰੀਰ ਘੱਟ ਤਣਾਅ ਦੇ ਵਿੱਚ ਆ। ਜਿਹੜਾ ਰੱਜਿਆ ਹੋਇਆ ਇਨਸਾਨ ਜ਼ਰੂਰ ਘੱਟ ਤਣਾਅ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਸ ਇਨਸਾਨ ਨੇ ਇੱਕ ਸਬਜ਼ੀ ਨਾਲ ਰੋਟੀ ਖਾਧੀ ਐਂਡ ਜਿਸ ਇਨਸਾਨ ਨੇ 3 ਸਬਜ਼ੀਆਂ ਨਾਲ ਰੋਟੀ ਖਾਧੀ, ਜਿਹਨੇ 3 ਸਬਜ਼ੀਆਂ ਨਾਲ ਰੋਟੀ ਖਾਧੀ
ਉਹ ਸਾਡੇ ਨਾਲੋਂ ਜ਼ਿਆਦਾ ਖੁਸ਼ ਹੈ। ਜੀ ਨਹੀਂ, ਉਹਦਾ ਮਾਨਸਿਕ ਤਣਾਅ ਸਾਡੇ ਨਾਲੋਂ ਜ਼ਿਆਦਾ ਠੀਕ ਆ, ਕਿਉਂਕਿ ਉਹਨੇ ਤਿੰਨ ਸਬਜ਼ੀਆਂ ਨਾਲ ਰੋਟੀ ਖਾਧੀ ਐਂਡ ਜਿਸਨੇ ਇੱਕ ਸਬਜ਼ੀ ਨਾਲ ਰੋਟੀ ਖਾਧੀ। ਇੱਥੇ ਕੋਈ ਫਰਕ ਨਹੀਂ। ਇਹਨਾਂ ਜਿਹਨੇ 3 ਸਬਜ਼ੀਆਂ ਨਾਲ ਖਾਧੀ ਐਂਡ ਜਿਹਨੇ 1 ਸਬਜ਼ੀਆਂ ਨਾਲ ਖਾਧੀ, ਇੱਥੇ ਇਹਨਾਂ ਦੀ ਜਿਹੜੀ ਮਾਨਸਿਕ ਲੋੜ ਆ ਉਹ ਸਬਜ਼ੀਆਂ ਨਾਲ ਨਹੀਂ ਪੂਰੀ ਹੋਣੀ, ਉਸ 3 ਸਬਜ਼ੀਆਂ ਵਾਧੂ ਨਾਲ ਨਹੀਂ ਪੂਰੀ ਹੋਣੀ। ਉਹ ਮਾਨਸਿਕ ਲੋੜਾਂ ਲਈ ਉਹਨਾਂ ਨੂੰ ਹੋਰ ਇੱਕ ਮਾਨਸਿਕ ਮਦਦ ਚਾਹੀਦੀ ਆ। ਸੋ ਐਂਡ ਇਹ ਫੋਰ ਐਗਜ਼ਾਮਪਲ ਤੁਹਾਡੇ ਕੋਲ $10,000 ਦੀ ਕਾਰ ਆ ਐਂਡ ਇੱਕ ਇਨਸਾਨ $1,00,000 ਦੀ ਕਾਰ ਚਲਾ ਰਿਹਾ ਵਾ। ਅਸੀਂ ਉਹਦੀ ਦਿਸ਼ਾ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ $1,00,000 ਦੀ ਕਾਰ ਦੇ ਵਿੱਚ ਜਿਹੜਾ ਇਨਸਾਨ ਬੈਠਾ ਉਹ ਖੁਸ਼ ਆ। ਜਿਹੜਾ $1,00,000 ਦੀ ਕਾਰ ਦੇ ਵਿੱਚ ਬੈਠਾ ਉਹਦੇ ਵਿੱਚ ਤਾਂ ਕੋਈ ਮਾਨਸਿਕ ਤਣਾਅ ਨਹੀਂ, ਤੇ ਜਿਹੜਾ $10,000 ਦੀ ਕਾਰ ਦੇ ਵਿੱਚ ਤੇ ਬੈਠਾ ਤੇ ਉਹਦੇ ਕੋਲ ਤਣਾਅ ਹੀ ਤਣਾਅ। ਜੀ ਨਹੀਂ, ਇਹਦੇ ਵਿੱਚ ਕੋਈ ਸੱਚਾਈ ਨਹੀਂ, ਇਹਦੇ ਵਿੱਚ ਕੋਈ ਰਿਲੇਟੇਬਿਲਿਟੀ ਨਹੀਂ। ਜੀ ਹਾਂ, ਜਿਹੜਾ ਇਨਸਾਨ ਬਾਹਰ ਇੱਕ ਹੋਮਲੈਸ ਆ, ਜਿਹਦੇ ਕੋਲ ਰਹਿਣ ਲਈ ਛੱਤ ਨਹੀਂ ਹੈਗੀ ਤੇ ਐਂਡ ਜਿਹੜਾ ਕੋਲ ਰਹਿ ਰਿਹਾ ਵਾ, ਜੀ ਹਾਂ, ਉਹਦੀ ਸਰੀਰਕ ਲੋੜ ਜ਼ਿਆਦਾ ਪੂਰੀ ਹੋਈ ਵੀ ਆ ਜਿਹੜਾ ਇੱਕ ਘਰ ਦੇ ਵਿੱਚ ਰਹਿ ਰਿਹਾ ਐਂਡ ਜਿਹੜਾ ਇੱਕ ਰੋਡ ਤੇ ਰਹਿ ਰਿਹਾ। ਪਰ ਜਿਹੜਾ ਇੱਕ ਲੱਖ ਦੇ ਘਰ ਦੇ ਵਿੱਚ ਰਹਿ ਰਿਹਾ, ਇੱਕ 10 ਲੱਖ ਦੇ ਘਰ ਦੇ ਵਿੱਚ ਰਹਿ ਰਿਹਾ, ਉਹਨਾਂ ਦੀਆਂ ਮਾਨਸਿਕ ਲੋੜਾਂ ਵਾ। ਹੁਣ ਉਹਨਾਂ ਦੀ ਦਿਸ਼ਾ ਨੂੰ ਤੁਸੀਂ ਦੇਖ ਕੇ ਨਹੀਂ ਕਹਿ ਸਕਦੇ ਕਿ ਇਹ ਇਨਸਾਨ ਜ਼ਿਆਦਾ ਦੁਖੀ ਆ ਦੂਸਰੇ 10 ਲੱਖ ਦੇ ਘਰ ਵਾਲੇ ਨਾਲੋਂ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡੀਆਂ ਮਾਨਸਿਕ ਜ਼ਰੂਰਤਾਂ ਸਾਡੇ ਸਰੀਰਕ ਬਾਹਰਲੀਆਂ ਦਿਸ਼ਾ ਤੋਂ ਪੂਰੀ ਨਹੀਂ ਹੋ ਸਕਦੇ ਐਂਡ ਉਹਨਾਂ ਲਈ ਸਾਨੂੰ ਮਦਦ ਦੀ ਲੋੜ ਆ। ਅਸੀਂ ਕਿੰਨੀਆਂ ਵੀ ਕਾਰਾਂ ਲੈ ਲਈਏ, ਅਸੀਂ ਕਿੰਨੇ ਵੀ ਘਰ ਲੈ ਲਈਏ, ਅਸੀਂ ਕਿੰਨੇ ਵੀ ਵਿਆਹ ਕਰਵਾ ਲਈਏ, ਅਸੀਂ ਕਿੰਨੇ ਵੀ ਬੱਚੇ ਹੋ ਜਾਣ, ਜਿਹੜਾ ਸਾਡੇ ਮਨ ਦਾ ਤਣਾਅ ਆ, ਜਿਹੜਾ ਸਾਡਾ ਮਾਨਸਿਕ ਤਣਾਅ ਆ, ਉਹ ਇਹ ਚੀਜ਼ਾਂ ਨਹੀਂ ਪੂਰੀਆਂ ਕਰ ਸਕਦੀਆਂ। ਸਾਡੇ ਮਾਨਸਿਕ ਤਣਾਅ ਮੋਸਟ ਦਾ ਜਿਹੜੀਆਂ ਸਾਡੀਆਂ ਮਾਨਸਿਕ ਲੋੜਾਂ ਸਾਡੇ ਰਿਸ਼ਤਿਆਂ ਤੋਂ ਪੂਰੀਆਂ ਹੁੰਦੀਆਂ, ਪਰ ਗਲਤ ਰਿਸ਼ਤਿਆਂ ਤੋਂ ਪੂਰੀਆਂ ਨਹੀਂ ਹੁੰਦੀਆਂ। ਉਹ ਰਿਸ਼ਤੇ ਵੀ ਵਧੀਆ ਹੋਣ, ਉਹ ਰਿਸ਼ਤੇ ਵੀ ਪ੍ਰਫੁੱਲਤ ਹੋਣ ਜਿਹੜੇ ਉਹ ਮਾਨਸਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ। ਸੋ ਇਹ ਬੜਾ ਜ਼ਰੂਰੀ ਆ। ਅੱਜ ਸਾਨੂੰ ਜੇ ਅਸੀਂ ਮਾੜੇ ਜਿਹੇ ਦੁਖੀ ਹੁੰਦੇ, ਸਾਨੂੰ ਆਨਲਾਈਨ ਜ਼ਿਆਦਾ ਸ਼ਾਪਿੰਗ ਕਰ ਲਓ। ਜੇ ਅਸੀਂ ਮਾੜੇ ਜਿਹੇ ਦੁਖੀ ਹੁੰਦੇ ਆ, ਬਾਹਰ ਜਾ ਵੜੋ, ਕਿਸੇ ਦੋਸਤਾਂ ਮਿੱਤਰਾਂ ਨੂੰ ਬਾਹਰ ਕਿਤੇ ਮਿਲਿਆ ਵੋ। ਜੇ ਅਸੀਂ ਬਾਹਲੇ ਦੁਖੀ ਆ, ਕਿਤੇ ਹੋਰ ਟਰੈਵਲ ਕਰ ਲਓ। ਖੈਰ ਹੁਣ ਤਾਂ ਆਪਾਂ ਟਰੈਵਲ ਨਹੀਂ ਕਰ ਸਕਦੇ, ਪਰ ਜਿਹੜੀ ਪਹਿਲਾਂ ਦਿਸ਼ਾ ਸੀ, ਕਿਉਂਕਿ ਅਸੀਂ ਆਪਣੇ ਮਨ ਦਾ ਤਣਾਅ ਬਾਹਰਲੀਆਂ ਚੀਜ਼ਾਂ ਤੋਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਬਾਹਰਲੀਆਂ ਚੀਜ਼ਾਂ ਡਿਸਟਰੈਕਟ ਜ਼ਰੂਰ ਕਰ ਸਕਦੇ ਆ। ਜਿਵੇਂ ਤੁਸੀਂ ਦੁਖੀ ਹੋ, ਤੁਹਾਨੂੰ ਕੋਈ ਤੁਹਾਡੇ ਘਰ ਦਾ ਜਾਂ ਤੁਹਾਡਾ ਮਾਂ-ਬਾਪ $30,000 ਦੀ ਕਾਰ ਲਿਆਵੇ, ਜਾਂ 5-7 ਮਿੰਟ ਲਈ ਤੁਸੀਂ ਠੀਕ ਹੋ ਜਾਓਗੇ, ਇੱਕ ਦਿਨ ਵਾਸਤੇ ਵੀ ਠੀਕ ਹੋ ਜਾਓਗੇ। ਕਿੰਨੇ ਜਾਣੇ ਅਸੀਂ ਜਦੋਂ ਸਾਨੂੰ ਕਾਰ ਨਵੀਂ ਮਿਲਦੀ ਆ, ਜਦੋਂ ਸਾਨੂੰ ਘਰ ਨਵਾਂ ਮਿਲਦਾ, ਜਦੋਂ ਸਾਡਾ ਵਿਆਹ ਵੀ ਹੁੰਦਾ, ਸਾਨੂੰ ਲੱਗਦਾ ਕਿ ਹੁਣ ਤਾਂ ਅਸੀਂ ਖੁਸ਼ੀ 'ਚ ਪੈ ਗਏ, ਹੁਣ ਤਾਂ ਸਾਡਾ ਬਹੁਤ ਖੁਸ਼ੀ। ਪਰ ਉਹ ਖੁਸ਼ੀ ਬੜੇ ਥੋੜ੍ਹੇ ਟਾਈਮ ਦੀ ਹੁੰਦੀ ਆ। ਜਦੋਂ ਖੁਸ਼ੀ ਇੱਕਦਮ ਸਪਾਈਕ ਜ਼ਰੂਰ ਹੁੰਦੀ, ਜਿਹੜੀ ਐਕਸਾਈਟਮੈਂਟ ਲੈਵਲ ਹੁੰਦਾ, ਪਰ ਉਹ ਵਾਪਸ ਇੱਕ ਨਾਰਮਲ ਜਿਹੜਾ ਤੁਹਾਡਾ ਮਾਨਸਿਕ ਸਥਿਤੀ ਪਹਿਲਾਂ ਹੁੰਦੀ ਆ, ਵਾਪਸ ਉਹੀ ਮਾਨਸਿਕ ਸਥਿਤੀ ਆ ਜਾਂਦੀ। ਆਈਫੋਨ ਜਦੋਂ ਅਸੀਂ ਲੈਂਦੇ ਹਾਂ, ਨਵਾਂ ਆਈਫੋਨ ਆਉਂਦਾ, ਆਈਪੈਡ ਲੈਂਦੇ ਹਾਂ, ਸਾਨੂੰ ਕੀ ਲੱਗਦਾ? ਸਾਨੂੰ ਲੱਗਦਾ ਕਿ ਹੁਣ ਇਸ ਆਈਫੋਨ ਨਾਲ ਅਸੀਂ ਖੁਸ਼ ਹੀ ਰਵਾਂਗੇ ਰੈਸਟ ਆਫ ਦ ਜ਼ਿੰਦਗੀ। ਨਹੀਂ, ਕਿੰਨਾ ਚਿਰ ਅਸੀਂ ਖੁਸ਼ ਰਹਿੰਦੇ? 1 ਜਾਂ 2 ਦਿਨ। ਉਸ ਤੋਂ ਬਾਅਦ ਸਾਡੀ ਲਾਈਫ ਫਿਰ ਸਾਡਾ ਨਾਰਮਲ ਜਿਹੜੀ ਸਾਡੀ ਮਾਨਸਿਕਤਾ ਹੁੰਦੀ ਉਹ ਨਾਰਮਲ 'ਤੇ ਹੋ ਜਾਂਦੀ। ਸਰੀਰਕ ਜ਼ਰੂਰਤਾਂ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਆ। ਸਾਡੇ ਸਰੀਰ ਦੇ, ਸਾਡੇ ਸਟਮਕ, ਸਾਡੇ ਢਿੱਡ ਦੇ ਅੰਦਰ ਖਾਣਾ ਜਾਵੇ, ਅਸੀਂ ਆਪਦੇ ਆਪ ਨੂੰ ਖਾਣਾ ਖਾ ਸਕੀਏ ਭੁੱਖ 'ਤੇ, ਅਸੀਂ ਆਪਦੇ ਤਨ 'ਤੇ ਕੱਪੜਾ ਪਾ ਸਕੀਏ, ਅਸੀਂ ਆਪਦੇ ਰਹਿਣ ਲਈ ਛੱਤ ਲੈ ਸਕੀਏ। ਜੀ ਹਾਂ, ਇਹ ਸਰੀਰਕ ਲੋੜਾਂ ਵਾ ਐਂਡ ਸਰੀਰਕ ਲੋੜਾਂ ਬੜੀਆਂ ਪੂਰੀਆਂ ਕਰਨੀਆਂ ਜ਼ਰੂਰੀ ਹੈ। ਉਸ ਤੋਂ ਪਹਿਲਾਂ ਤੁਸੀਂ ਮਾਨਸਿਕ ਲੋੜਾਂ ਪੂਰੀਆਂ ਕਰ ਸਕੋ। ਬਿਕਾਜ਼ ਫੋਰ ਐਗਜ਼ਾਮਪਲ, ਜਿਸ ਇਨਸਾਨ ਦੀ ਜੇ ਸਰੀਰਕ ਲੋੜ ਨਹੀਂ ਪੂਰੀ ਹੋਈ, ਉਸਦਾ ਮਾਨਸਿਕ 'ਤੇ ਧਿਆਨ ਵੀ ਨਹੀਂ ਜਾਂਦਾ ਗਾ। ਸੋ ਉਹਦੀ ਜਿਹੜੀ ਬੇਸਿਕ ਹੁੰਦੀ, ਪਰ ਜਦੋਂ ਸਰੀਰਕ ਲੋੜਾਂ ਇਹ ਪੂਰੀਆਂ ਹੋ ਜਾਣ, ਫਿਰ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਜਿਹਦੇ ਕੋਲ 10 ਡਰੈਸਿਸ ਆ, ਜਿਹਦੇ ਕੋਲ 10 ਡਰੈਸਿਸ ਆ, ਜਾਂ ਜਿਹਦੇ ਕੋਲ 10,000 ਦਾ ਕੱਪੜਾ ਪਾਇਆ ਹੋਇਆ, ਉਹ ਜ਼ਿਆਦਾ ਸੁਖੀ ਹੈ ਜਿਹਦੇ ਕੋਲ $200 ਦਾ ਕੱਪੜਾ, $200 ਦਾ ਜਾਂ ਡਾਲਰ ਦਾ ਜੋ ਵੀ ਕੱਪੜਾ ਪਾਇਆ ਹੋਇਆ। ਜੀ ਨਹੀਂ, ਇੱਥੇ ਸਾਨੂੰ ਅਟੈਂਡ ਕਰਨਾ ਪਊ ਕਿ ਸਾਡੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ, ਜਿਸ ਇਨਸਾਨ ਕੋਲ $5 ਲੱਖ ਆ, ਪਰ ਉਹਦੀ ਮਾਨਸਿਕ ਉਹਦੀ ਇਹ ਜ਼ਰੂਰਤ ਕਿ ਅਜੇ ਮੇਰੇ ਕੋਲ ਪੈਸਾ ਨਫ ਨਹੀਂ, ਕਿਉਂਕਿ ਇਹ ਮਾਨਸਿਕ ਜ਼ਰੂਰਤ ਬਣ ਚੁੱਕੀ ਆ। ਆਪਦੇ ਆਪ ਨੂੰ ਸਿਕਿਉਰ ਮਹਿਸੂਸ ਕਰਨਾ, ਹੁਣ ਇਹ ਸਰੀਰਕ ਜ਼ਰੂਰਤ ਨਹੀਂ ਰਹਿ ਗਈ, ਇਹਨੂੰ ਮਾਨਸਿਕ ਤੌਰ 'ਤੇ ਲੈ ਲਾ। ਜੀ ਹਾਂ, ਜਿਹੜੇ ਲੋਕਾਂ ਦੇ ਵੱਡੇ ਵੱਡੇ ਘਰ 'ਚ ਰਹਿੰਦੇ ਜਾਂ ਵੱਡੀਆਂ ਵੱਡੀਆਂ ਕਾਰਾਂ ਰਹਿੰਦੀਆਂ ਵਾ, ਉਹਨਾਂ ਨੂੰ ਵੀ ਇਹ ਮਾਨਸਿਕ ਬਿਮਾਰੀਆਂ ਹੋ ਸਕਦੀਆਂ ਵਾ। ਜੇ ਕਿਸੇ ਕੋਲ ਮਹਿੰਗਾ ਫੋਨ ਆ, ਜੇ ਕਿਸੇ ਕੋਲ ਸਸਤਾ ਫੋਨ ਆ, ਮਹਿੰਗੇ ਫੋਨ ਵਾਲੇ ਕੋਲ ਵੀ ਬਿਮਾਰੀਆਂ ਮਾਨਸਿਕ ਹੋ ਸਕਦੀਆਂ, ਜਿਵੇਂ ਕਿ ਉਹਨੂੰ ਸਰੀਰਕ ਬਿਮਾਰੀਆਂ ਲੱਗ ਸਕਦੀਆਂ। ਸੋ ਇਸ ਚੀਜ਼ 'ਤੇ ਕੁਐਸਚਨ ਕਰਨਾ ਬੰਦ ਕਰੋ, ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕ ਇਹ ਓਪਨ ਆ ਸਕਣ, ਵੱਧ ਤੋਂ ਵੱਧ ਲੋਕ ਜਿਹੜੇ ਕੰਮ, ਬਿਕਾਜ਼ ਸਾਡੇ ਮਾਂ-ਬਾਪ ਵੀ ਸਾਨੂੰ ਇਹੀ ਚੀਜ਼ ਦੀ ਸਿੱਖਿਆ ਦਿੰਦੇ ਆ, ਜੇ ਤੇਰੇ ਕੋਲ ਆਹ ਚੀਜ਼ ਹੋਈ ਫਿਰ ਤੈਨੂੰ ਤਣਾਅ ਨਹੀਂ ਹੋਣਾ, ਜੇ ਤੇਰੇ ਕੋਲ ਆਹ ਬਾਹਰਲੀ ਚੀਜ਼ ਹੋਈ ਤੇਰੇ ਕੋਲ ਤਣਾਅ ਨਹੀਂ ਹੋਣਾ, ਫਿਰ ਨਹੀਂ ਤੈਨੂੰ ਟੈਨਸ਼ਨ ਆਉਣੀ ਲਾਈਫ ਦੇ ਵਿੱਚ। ਜੇ ਆਹ ਚੀਜ਼ ਹੋਈ,
ਐਂਡ ਅਸੀਂ ਇੰਨਾ ਉਹਨਾਂ ਨੂੰ ਜਮਾ ਦਿੰਦੇ, ਜਦੋਂ ਸਾਡੇ ਬੱਚੇ ਤਣਾਅ ਮਹਿਸੂਸ ਕਰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਤਣਾਅ ਕਿਉਂ ਆ ਰਿਹਾ ਵਾ, ਕਿਉਂਕਿ ਸਾਡੇ ਘਰਦਿਆਂ ਨੇ ਤਾਂ ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਸੀ ਉਹਨਾਂ ਚੀਜ਼ਾਂ ਪਿੱਛੇ ਅਸੀਂ ਭੱਜਦੇ ਵੀ ਆ, ਫਿਰ ਉਹ ਚੀਜ਼ਾਂ ਸਾਨੂੰ ਹਾਸਿਲ ਵੀ ਹੋ ਜਾਂਦੀਆਂ, ਅਸੀਂ ਫਿਰ ਵੀ ਨਹੀਂ ਖੁਸ਼ ਹੁੰਦੇਗੇ। ਸੋ ਆਪਦੀਆਂ ਸਰੀਰਕ ਤੇ ਆਪਦੀਆਂ ਮਾਨਸਿਕ ਲੋੜਾਂ ਨੂੰ ਪਾਸੇ ਰੱਖੋ। ਇੱਕ ਸਰੀਰਕ ਲੋੜਾਂ ਉਹਨਾਂ ਨੂੰ ਪੂਰੀਆਂ ਕਰੋ, ਪਰ ਉਹਨਾਂ ਦੇ ਪੂਰੀਆਂ ਹੋਣ ਨਾਲ ਤੁਹਾਡੀਆਂ ਮਾਨਸਿਕ ਲੋੜਾਂ ਨਹੀਂ ਪੂਰੀਆਂ ਹੋ ਸਕਦੀਆਂ। ਐਂਡ ਇਹ ਤੁਹਾਡੀਆਂ ਮਾਨਸਿਕ ਲੋੜਾਂ ਮੋਸਟ ਆਫ ਦ ਟਾਈਮ ਇਸ ਦੁਨੀਆ 'ਤੇ ਅਸੀਂ ਆਪਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ 'ਚ ਕਾਮਯਾਬ ਰਹਿੰਦੇ ਹਾਂ, ਕਿਉਂਕਿ ਸਰੀਰਕ ਲੋੜਾਂ ਬੜੀਆਂ ਲਿਮਿਟਡ ਆ, ਥੋੜ੍ਹੀਆਂ ਵਾ। ਸਰੀਰਕ ਲੋੜਾਂ ਕੀ ਆ? ਸਾਡੇ ਸਰੀਰ ਦੇ ਵਿੱਚ ਖਾਣਾ ਪਵੇ, ਸਾਨੂੰ ਫੂਡ, ਸਾਨੂੰ ਨਿਊਟ੍ਰੀਐਂਟਸ ਮਿਲਣ, ਸਾਡੇ ਸਰੀਰ 'ਤੇ ਕੱਪੜਾ ਹੋਵੇ, ਸਾਨੂੰ ਠੰਡ ਨਾ ਲੱਗੇ, ਇਹ ਸਰੀਰਕ ਲੋੜ ਆ। ਸਾਡੇ ਸਿਰ ਉੱਤੇ ਛੱਤ ਹੋਵੇ, ਅਸੀਂ ਬਾਹਰ ਹੋਮਲੈਸ ਜਾਂ ਸਟਰੀਟ ਦੇ ਉੱਤੇ ਨਾ ਹੋਈਏ। ਜੀ ਹਾਂ, ਇਹ ਸਾਡੀਆਂ ਸਰੀਰਕ ਲੋੜਾਂ, ਪਰ ਇਦੋਂ ਵਗਾਂ ਸਾਡੀਆਂ ਮਾਨਸਿਕ ਲੋੜਾਂ। ਇਹ ਚੀਜ਼ਾਂ ਹੋਣ ਦੇ ਬਾਵਜੂਦ ਸਾਡੀਆਂ ਮਾਨਸਿਕ ਲੋੜਾਂ ਦਾ ਅਸੀਂ ਕਿਵੇਂ ਟੇਕ ਕੇਅਰ ਕਰਨੀ ਆ, ਉਹ ਬੜਾ ਜ਼ਰੂਰੀ ਆ। ਐਂਡ ਸੋ ਆਪਦੇ ਆਪ ਤੋਂ ਇੱਕ ਕੁਐਸਚਨ ਪੁੱਛਣਾ ਬੜਾ ਜ਼ਰੂਰੀ ਹੈ ਕਿ ਜੀ ਹਾਂ, ਮੇਰੇ ਕੋਲ ਸਰੀਰਕ ਤੌਰ 'ਤੇ ਸਭ ਕੁਝ ਅਵੇਲੇਬਲ ਆ ਅੱਜ। ਐਂਡ ਇਹਨਾਂ ਕੰਟਰੀਆਂ ਦੇ ਵਿੱਚ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ, ਇਹ ਕੰਟਰੀਆਂ ਤਾਂ ਦੂਸਰੀਆਂ ਕੰਟਰੀਆਂ ਨਾਲੋਂ ਕਿਤੇ ਸਕਸੈਸਫੁਲ ਆ, ਪਰ ਸਭ ਤੋਂ ਜ਼ਿਆਦਾ ਮਾਨਸਿਕ ਤੇ ਦਿਮਾਗ ਦੀਆਂ ਦਵਾਈਆਂ ਸਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਵਿਕਦੀਆਂ ਵਾ। ਕਿਉਂ? ਕਿਉਂਕਿ ਇੱਕ ਮਾਨਸਿਕ ਲੋੜਾਂ ਨਹੀਂ ਪੂਰੀਆਂ ਹੋ ਚੁੱਕੀਆਂ। ਸਰੀਰਕ ਲੋੜਾਂ ਸਾਡੀਆਂ ਜ਼ਰੂਰ ਪੂਰੀਆਂ ਹੋ ਚੁੱਕੀਆਂ ਵਾ, ਜਿੱਥੇ ਸਾਨੂੰ ਘਰ ਮਿਲ ਚੁੱਕਿਆ, ਸਾਡੇ ਸਰੀਰ ਦੇ ਅੰਦਰ ਢਿੱਡ 'ਚ ਖਾਣਾ ਚਲਿਆ ਗਿਆ ਵਾ, ਸਾਡੇ ਕੋਲ ਛੱਤ ਆ, ਪਰ ਸਾਡੀਆਂ ਮਾਨਸਿਕ ਜ਼ਰੂਰਤਾਂ ਨਹੀਂ ਹਜੇ ਪੂਰੀਆਂ ਹੋਈਆਂ। ਐਂਡ ਜਦੋਂ ਸਾਡੀਆਂ ਮਾਨਸਿਕ ਜ਼ਰੂਰਤਾਂ ਅਨਫੁਲਫਿਲਡ ਜਾਂਦੀਆਂ, ਜਦੋਂ ਸਾਡੀਆਂ ਮਾਨਸਿਕ ਜ਼ਰੂਰਤਾਂ ਪੂਰੀਆਂ, ਚਾਹੇ ਉਹ ਬਚਪਨ 'ਚ ਨਹੀਂ ਹੋਈਆਂ ਹੁੰਦੀਆਂ, ਕਿਉਂਕਿ ਬਚਪਨ 'ਚ ਵੀ ਤਾਂ ਤੁਸੀਂ ਦੇਖੋ ਸਾਡੀ ਸਾਰੀ ਜ਼ਰੂਰਤ, ਸਾਨੂੰ ਸਰੀਰਕ ਜ਼ਰੂਰਤਾਂ ਪ੍ਰੋਵਾਈਡ ਕਰਨ 'ਤੇ ਸਾਡੇ ਮਾਂ-ਬਾਪ ਦੀ ਕੋਸ਼ਿਸ਼ ਲੱਗ ਜਾਂਦੀ। ਮਾਨਸਿਕ ਜ਼ਰੂਰਤਾਂ ਦੇ ਉਹਨਾਂ ਨੂੰ ਨਹੀਂ ਪਤਾ, ਕਿਉਂਕਿ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਮਾਨਸਿਕ ਜ਼ਰੂਰਤਾਂ ਨਹੀਂ ਪੂਰੀਆਂ ਹੋਈਆਂ ਹੁੰਦੀਆਂ। ਸੋ ਇਹ ਕੁਐਸਚਨ ਕਰਨਾ ਬੰਦ ਕਰੋ ਕਿ ਇੰਨੇ ਕਾਮਯਾਬ ਲੋਕ ਕਿਉਂ ਡਿਪਰੈਸ਼ਨ 'ਚ ਚਲੇ ਜਾਂਦੇ। ਇੰਨੇ ਕਾਮਯਾਬ ਕਿਉਂਕਿ ਉਹ ਕਾਮਯਾਬ ਉਹਨਾਂ ਦੀ ਬਾਹਰਲੀ ਸਰੀਰਕ ਦਿਸ਼ਾ ਦੇਖ ਕੇ ਤੁਸੀਂ ਉਹਨਾਂ ਦੀ ਮਾਨਸਿਕ ਸਥਿਤੀ ਜੱਜ ਕੀਤੀ ਆ, ਜਦ ਕਿ ਇਹ ਬੜਾ ਰੋਂਗ ਕ੍ਰਾਈਟੇਰੀਆ ਵਾ ਕਿਸੇ ਦੀ ਮਾਨਸਿਕ ਸਥਿਤੀ ਨੂੰ ਜੱਜ ਕਰਨਾ। ਸੋ ਜਦੋਂ ਵੀ ਤੁਸੀਂ ਕਿਸੇ ਦੀ ਮਾਨਸਿਕ ਸਥਿਤੀ ਨੂੰ ਜੱਜ ਕਰਦੇ ਹੋ, ਆਪਦੇ ਆਪ 'ਚ ਇਹ ਚੀਜ਼ ਨੂੰ ਪਾਸੇ ਰੱਖਣ ਦੀ ਕੋਸ਼ਿਸ਼ ਕਰੋ ਕਿ ਜਸਟ ਬਿਕਾਜ਼ ਕਿਸੇ ਦੀ ਬਾਹਰਲੀ ਦਿਸ਼ਾ ਸਹੀ ਲੱਗਦੀ ਆ, ਇਹਦਾ ਇਹ ਮਕਸਦ ਨਹੀਂ ਕਿ ਉਹਦੀ ਮਾਨਸਿਕ ਦਿਸ਼ਾ ਵੀ ਸਹੀ ਹੋਗੀ। ਮੈਂ ਵੀ ਡਿਪਰੈਸ਼ਨ 'ਚ ਜਾ ਸਕਦੀ ਹਾਂ, ਮੈਂ ਵੀ ਇਕੱਲੇਪਣ ਦੇ ਵਿੱਚ ਜਾ ਸਕਦੀ ਹਾਂ। ਸਾਡੀ ਬਾਹਰਲੀ ਦਿਸ਼ਾ, ਸਾਨੂੰ ਨੌਲੇਜ ਵੀ, ਸਾਨੂੰ ਥਿਊਰੀ ਵੀ ਹੋਵੇ, ਇਹਦਾ ਇਹ ਵੀ ਮਤਲਬ ਨਹੀਂ ਹੈਗਾ ਕਿ ਅਸੀਂ ਉਸ ਮਾਨਸਿਕ ਟੋਏ 'ਚ ਨਹੀਂ ਡਿੱਗ ਸਕਦੇ, ਅਸੀਂ ਮਾਨਸਿਕ ਬਿਮਾਰੀ 'ਚ ਨਹੀਂ ਡਿੱਗ ਸਕਦੇ। ਜੀ ਹਾਂ, ਅਸੀਂ ਸਾਰੇ ਇਕੁਅਲੀ ਐਕਸਪੋਜ਼ੇਬਲ ਤੇ ਵਲਨਰੇਬਲ ਹਾਂ ਇਹਨਾਂ ਬਿਮਾਰੀਆਂ ਵਾਸਤੇ। ਸੋ ਜਦੋਂ ਵੀ ਤੁਸੀਂ ਇਹ ਗੱਲਾਂ ਕਰਦੇ ਹੋ, ਜੇ ਤੁਹਾਨੂੰ ਕਿਸੇ ਦਾ ਪਤਾ ਲੱਗਦਾ ਕਿ ਜਿਸ ਕਿਸੇ ਨੂੰ ਮਾਨਸਿਕ ਬਿਮਾਰੀ ਆ, ਉਹਨੂੰ ਹਮਦਰਦੀ ਨਾਲ ਲਵੋ। ਜਿਵੇਂ ਅਸੀਂ ਇੱਕ ਕੈਂਸਰ ਪੇਸ਼ੈਂਟ, ਜਿਵੇਂ ਅਸੀਂ ਇੱਕ ਡਾਇਬਟੀਜ਼ ਪੇਸ਼ੈਂਟ, ਜਿਵੇਂ ਕੋਈ ਕਿਸੇ ਦਾ ਕਾਰ ਦਾ ਐਕਸੀਡੈਂਟ ਹੋ ਜਾਂਦਾ, ਜਿਵੇਂ ਅਸੀਂ ਉਹਨਾਂ ਦਾ ਪਤਾ ਲੈਂਦੇ ਹਾਂ, ਉਹਨਾਂ ਦੀ ਹਮਦਰਦੀ ਦਿੰਦੇ ਹਾਂ, ਉਵੇਂ ਜਿਵੇਂ ਇੱਕ ਮਾਨਸਿਕ ਇਨਸਾਨ ਮਾਨਸਿਕ ਤੌਰ 'ਤੇ ਬਿਮਾਰ ਆ, ਅਸੀਂ ਉਹਨੂੰ ਵੀ ਓਨੀ ਹੀ ਹਮਦਰਦੀ ਦਈਏ। ਐਂਡ ਉਹਦੀ ਬਾਹਰਲੀਆਂ ਕਾਰਾਂ ਜਾਂ ਘਰਾਂ ਦੀ ਗੱਲ ਨਾ ਕਰੀਏ, ਜਦੋਂ ਅਸੀਂ ਇੱਕ ਮਾਨਸਿਕ ਬਿਮਾਰੀ ਦੀ ਗੱਲ ਕਰ ਸਕੀਏ। ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਲੱਗੀ ਹੋਊਗੀ। ਇਹਦੀ ਕਨਵਰਜ਼ੇਸ਼ਨ ਓਪਨ ਕਰਨ ਦੀ ਲੋੜ ਆ, ਬਿਕਾਜ਼ ਕਿੰਨਾ ਹਰਟ ਮਹਿਸੂਸ ਹੁੰਦਾ ਕਿ ਸਾਡੀਆਂ ਮਾਨਸਿਕ ਜ਼ਰੂਰਤਾਂ ਸਾਨੂੰ ਇੱਕ ਦੂਜੇ ਤੋਂ ਪੂਰੀਆਂ ਹੁੰਦੀਆਂ ਵਾ, ਇੱਕ ਰਿਸ਼ਤਿਆਂ ਤੋਂ, ਇੱਕ ਮਾਨਸਿਕ ਕਨੈਕਸ਼ਨ ਤੋਂ ਪੂਰੀਆਂ ਹੁੰਦੀਆਂ ਨੇ। ਆਪਦੀ ਮਾਨਸਿਕਤਾ ਦੇ ਅੰਦਰ ਜਦੋਂ ਅਸੀਂ ਝਾਤੀ ਮਾਰਦੇ, ਉਹ ਤੋਂ ਪੂਰੀਆਂ ਹੁੰਦੀਆਂ। ਅਸੀਂ ਉਹਨਾਂ ਭੁੱਖਾਂ ਤੋਂ ਵਾਂਝੇ ਰਹਿੰਦੇ ਹਾਂ, ਉਹਨਾਂ ਲੋੜਾਂ ਤੋਂ ਵਾਂਝੇ ਰਹਿੰਦੇ ਹਾਂ ਜਿਹੜੀਆਂ ਕਿ ਸਾਨੂੰ ਮਿਲ ਸਕਦੀਆਂ ਜੇ ਅਸੀਂ ਉਹਨਾਂ ਬਾਰੇ ਗੱਲ ਕਰੀਏ। ਪਰ ਜਿਸ ਸੁਸਾਇਟੀ, ਇਸ ਕਲਚਰ ਦੇ ਵਿੱਚ ਅਸੀਂ ਰਹਿੰਦੇ ਹਾਂ, ਜਦੋਂ ਅਸੀਂ ਆਪਦੀ ਮਾਨਸਿਕ ਬਿਮਾਰੀ ਬਾਰੇ ਗੱਲ ਕਰਦੇ ਹਾਂ ਨਾ, ਬਾਹਰ ਨਿਕਲਦੇ ਹਾਂ, ਤੇ ਲੋਕ ਸਾਨੂੰ ਜੱਜ ਕਰਦੇ ਆ। ਤੈਨੂੰ ਮਾਨਸਿਕ ਬਿਮਾਰੀ? ਤੈਨੂੰ ਕਿਹੜੀ ਚੀਜ਼ ਦੀ ਮਾਨਸਿਕ ਬਿਮਾਰੀ? ਤੈਨੂੰ ਡਿਪਰੈਸ਼ਨ ਕਿਉਂ? ਤੇਰੇ ਤੇ ਬੋਝ ਕਿਉਂ? ਸੋ ਇਸ ਚੀਜ਼ ਤੇ ਹਮਦਰਦੀ ਜਤਾਓ ਪਲੀਜ਼, ਤਾਂ ਕਿ ਵੱਧ ਤੋਂ ਵੱਧ ਲੋਕ ਸਾਡੇ ਘਰਾਂ ਦੇ ਵਿੱਚ ਬੈਠੇ ਜਾਗ ਸਕਣ। ਐਂਡ ਆਪਦੇ ਬੱਚਿਆਂ ਨੂੰ ਜਦੋਂ ਤੁਸੀਂ ਰੇਜ਼ ਕਰਦੇ ਆ, ਐਂਡ ਫਾਦਰਸ ਡੇ ਵੀ ਕੱਲ੍ਹ ਨੂੰ ਆਪਾਂ ਜ਼ਰੂਰ ਰੇਜ਼ ਕਰਦੇ ਹਾਂ ਕਿ ਸਾਡੇ ਬੱਚਿਆਂ ਕੋਲ ਵੱਡਾ ਘਰ ਹੋਵੇ, ਕਾਰ ਹੋਵੇ, ਪਰ ਇਹ ਵੀ ਬੜਾ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਕੋਲ ਇੱਕ ਮਾਨਸਿਕ ਲੋੜਾਂ ਵੀ ਪੂਰੀਆਂ ਕਰਨ। ਐਂਡ ਅਸੀਂ ਆਪਣੇ ਬੱਚੇ ਦੀਆਂ ਮਾਨਸਿਕ ਲੋੜਾਂ ਵੀ ਪੂਰੀਆਂ ਕਰਨ, ਕਿਉਂਕਿ ਇਹ ਸਿਰਫ ਸਰੀਰਕ ਲੋੜਾਂ। ਤੁਹਾਡਾ ਬੱਚਾ ਕੱਲ੍ਹ ਨੂੰ $50,000 ਦੀ ਕਾਰ ਦੇ ਵਿੱਚ ਬਹਿ ਸਕਦਾ, ਪਰ ਫਿਰ ਵੀ ਉਹ ਮਾਨਸਿਕ ਤਣਾਅ ਦੇ ਵਿੱਚ ਹੋ ਸਕਦਾ। ਸੋ ਜਸਟ ਬਿਕਾਜ਼ ਤੁਸੀਂ ਉਹਨੂੰ ਕਾਰ ਲੈਤੀ, ਇਹਦਾ ਮਤਲਬ ਇਹ ਨਾ ਸਮਝਿਓ ਕਿ ਹੁਣ ਨਹੀਂ ਤੈਨੂੰ ਤਣਾਅ ਆ ਸਕਦਾ। ਤਣਾਅ ਉਹਨੂੰ ਉਦੋਂ ਵੀ ਆ ਸਕਦਾ, ਵੱਡੇ ਘਰ ਦੇ ਵਿੱਚ ਬੈਠਿਆਂ ਨੂੰ ਵੀ ਆ ਸਕਦਾ, ਸਾਨੂੰ ਵੀ ਆਉਂਦਾ ਵਾ। ਸੌਰੀ।
ਸੋ ਪਲੀਜ਼ ਇਸ ਬਾਰੇ ਸੋਚੋ ਐਂਡ ਜਦੋਂ ਵੀ ਕੋਈ ਮਾਨਸਿਕ ਬਿਮਾਰੀ ਵਾਲਾ ਕੇਸ ਬਾਹਰ ਆਉਂਦਾ ਉਸ ਨੂੰ ਇੱਕ ਹਮਦਰਦੀ ਨਾਲ ਲਵੋ ਐਂਡ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਜਗਾਈਏ, ਇੱਕ ਰੈਵੋਲੂਸ਼ਨ ਲਿਆਈਏ ਕਿ ਹਰ ਇਨਸਾਨ ਜਿਹੜਾ ਇੱਕ ਮਾਨਸਿਕ ਤੌਰ ਤੇ ਤਣਾਅ ਮਹਿਸੂਸ ਕਰ ਸਕਦਾ ਉਹ ਆਪਦੇ ਆਪ ਨੂੰ ਮਾਨਸਿਕ ਤਣਾਅ ਸ਼ੇਅਰ ਕਰੇ ਕਿ ਮੈਂ ਡਿਪਰੈਸ਼ਨ ਦੇ ਵਿੱਚ ਆ, ਮੈਂ ਇਕੱਲੇਪਨ ਦੇ ਵਿੱਚ ਆ, ਮੈਨੂੰ ਮਦਦ ਚਾਹੀਦੀ ਆ। ਐਂਡ ਇਹ ਉਦੋਂ ਹੀ ਉਹ ਲੋਕ ਕਰ ਸਕਣਗੇ ਜਦੋਂ ਉਹਨਾਂ ਨੂੰ ਬਾਹਰੋਂ ਲੱਗੂਗਾ ਕਿ ਲੋਕ ਸਾਨੂੰ ਜੱਜ ਨਹੀਂ ਕਰ ਰਹੇ, ਲੋਕ ਸਾਨੂੰ ਇਸ ਚੀਜ਼ ਤੇ ਬੁਰਾ ਨਹੀਂ ਮਹਿਸੂਸ ਕਰਵਾ ਰਹੇ ਐਂਡ ਇਹ ਮਦਦ ਅਵੇਲੇਬਲ ਆ। ਜਿਵੇਂ ਕਿ ਜਦੋਂ ਸਾਨੂੰ ਡਾਇਬੀਟੀਜ਼ ਹੁੰਦੀ ਆ, ਅਸੀਂ ਨਹੀਂ ਕਿਸੇ ਤੋਂ ਲੁਕਾਉਂਦੇ ਕਿ ਸਾਨੂੰ ਡਾਇਬੀਟੀਜ਼ ਆ, ਅਸੀਂ ਨਹੀਂ ਕਿਸੇ ਤੋਂ ਲੁਕਾਉਂਦੇ ਕਿ ਸਾਡਾ ਕੰਨ ਦੁਖਦਾ ਜਾਂ ਸਾਡਾ ਨੱਕ ਦੁਖਦਾ, ਅਸੀਂ ਨਹੀਂ ਕਿਸੇ ਤੋਂ ਲੁਕਾਉਂਦੇ ਕਿ ਸਾਡਾ ਲੱਤ ਐਕਸੀਡੈਂਟ ਹੋਇਆ, ਸਾਡੀ ਲੱਤ ਟੁੱਟ ਗਈ। ਜਿਵੇਂ ਅਸੀਂ ਇਹ ਬਿਮਾਰੀਆਂ ਨਹੀਂ ਲੁਕਾਉਂਦੇ ਉਵੇਂ ਅਸੀਂ ਇੱਕ ਮਾਨਸਿਕ ਬਿਮਾਰੀਆਂ ਵੀ ਨਹੀਂ ਲੁਕਾਉਣੀਆਂ। ਸੋ ਵਨਸ ਅਗੇਨ ਥੈਂਕ ਯੂ ਸੋ ਮਚ। ਇਸ ਬਾਰੇ ਥੋੜ੍ਹਾ ਜ਼ਿਆਦਾ ਜ਼ਰੂਰ ਸੋਚਿਓ, ਕੋਸ਼ਿਸ਼ ਕਰਿਓ ਕਿ ਜੇ ਤੁਹਾਨੂੰ ਲੱਗਦਾ ਗਾ ਕਿ ਕੋਈ ਇਨਸਾਨ ਇਸ ਬਿਮਾਰੀ ਨਾਲ ਜੂਝ ਰਿਹਾ ਵਾ ਉਹਨੂੰ ਉਨੀ ਹੀ ਹਮਦਰਦੀ ਦਿਓ ਜਿੰਨੀਆਂ ਅਸੀਂ ਦੂਸਰੀਆਂ ਬਿਮਾਰੀਆਂ ਨੂੰ ਦਿੰਦੇ ਹਾਂ। ਸੋ ਵਨਸ ਅਗੇਨ ਥੈਂਕ ਯੂ ਸੋ ਮਚ। ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜੀਆਂ ਲਾਈਵ ਵੀਡੀਓਜ਼ ਆ ਉਹ ਟਾਈਮ ਟੂ ਟਾਈਮ ਤੁਹਾਡੇ ਲਈ ਲੈ ਕੇ ਆਈਏ, ਪਰ ਕਈ ਵਾਰ ਸਕੈਜੂਲ ਬਹੁਤ ਟਾਈਟ ਹੁੰਦਾ ਵਾ, ਕਰ ਨਹੀਂ ਪਾਉਂਦੇ, ਪਰ ਕੋਸ਼ਿਸ਼ ਸਾਡੀ ਇਹੀ ਆ। ਬਾਕੀ ਸਾਡੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਰਿਕਾਰਡਡ ਆ ਉਹ YouTube ਤੇ ਰਿਕਾਰਡ ਹੁੰਦੀਆਂ, ਸਾਡੀ ਵੈਬਸਾਈਟ ਤੇ ਰਿਕਾਰਡ ਹੁੰਦੀਆਂ, ਸਾਡੇ ਫੇਸਬੁੱਕ ਤੇ ਰਿਕਾਰਡ ਹੁੰਦੀਆਂ ਤੇ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਵਨਸ ਅਗੇਨ ਥੈਂਕ ਯੂ ਸੋ ਮਚ ਐਵਰੀਵਨ। ਸਟੇ ਹੈਪੀ ਐਂਡ ਸਟੇ ਹੈਲਥੀ। ਥੈਂਕ ਯੂ।